2004 ਤੋਂ ਬਾਅਦ ਅੱਜ ਤੱਕ ਇੰਡੀਅਨ ਪ੍ਰੈਸ ਨੇ ਮੇਰਾ ਬॉयकॉट ਕਰਕੇ ਰੱਖਿਆ ਹੈ। ਇੰਡੀਅਨ ਪ੍ਰੈਸ ਨੇ ਕਿ ਮੇਰਾ ਇੰਨੇ ਸਾਲ ਬॉयकॉट ਕਿਉਂ ਕੀਤਾ ਹੈ, ਕਿਉਂ ਕਰਕੇ ਸਾਡੀ ਪਾਰਟੀ ਹੈ ਜਿਹੜੀ ਇੱਕ ਮਿਨੋਰਿਟੀ ਨੂੰ ਰਿਪਰੈਜ਼ੈਂਟ ਤੇ ਨੁਮਾਇੰਦਗੀ ਕਰਦੀ ਹੈ। ਇਸ ਮੁਲਕ ਦੇ ਵਿੱਚ ਰਾਸ਼ਟਰਵਾਦ ਹਿੰਦੂਤਵਾ ਵੱਧ ਗਿਆ ਹੈ ਕਿ ਅਸੀਂ ਜਿਹੜੇ ਘੱਟ ਗਿਣਤੀ ਦੇ ਲੋਕ ਹੈ ਅਸੀਂ ਪ੍ਰੈਸ ਦੇ ਯੋਗ ਨਹੀਂ ਹੈ। ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀ ਹੋ ਰਹੀ ਸੀ, ਉਹਦੇ ਉੱਤੇ ਇਹ 3 ਹਾਈ ਕੋਰਟ ਜੱਜਾਂ ਨੇ ਰੋਕ ਲਾਈ ਹੋਈ ਹੈ। ਅਸੀਂ ਹੈਰਾਨ ਹਾਂ ਕਿ ਹਾਈ ਕੋਰਟ ਨੇ ਆਪਣੇ ਬੰਦੇ ਬਚਾਉਣ ਦੇ ਲਈ ਬਾਦਲ, ਸੈਣੀ, ਸੁਖਬੀਰ, ਰਾਮ ਰਹੀਮ ਸਾਡੀ ਤਫਤੀਸ਼ ਦੇ ਉੱਤੇ ਕਿਉਂ ਰੋਕ ਲਾਈ ਹੈ। ਹਿੰਦੂਤਵਾ ਦਾ ਕਦੇ ਇਤਿਹਾਸ ਦੇ ਵਿੱਚ ਰਾਜ ਨਹੀਂ ਰਿਹਾ, ਇਸ ਕਰਕੇ ਇਹਨਾਂ ਨੂੰ ਹਕੂਮਤ ਕਰਨੀ ਨਹੀਂ ਆਉਂਦੀ। ਹੁਣ ਕਹੀਏ ਕਿ ਇਹ ਹਿੰਦੂ ਰਾਸ਼ਟਰ ਬਣ ਚੁੱਕਿਆ ਹੈ ਤਾਂ ਫਿਰ ਦਲੀਲ ਦੇ ਨਾਲ ਪ੍ਰੈਸ ਨੂੰ ਮੰਨਣਾ ਚਾਹੀਦਾ ਕਿ ਖਾਲਿਸਤਾਨ ਦੀ ਮੰਗ ਕਰਨੀ ਬਿਲਕੁਲ ਜਾਇਜ਼ ਹੈ। ਅਸੀਂ ਕਦੇ ਮੁਗਲ, ਅਫਗਾਨ, ਅੰਗਰੇਜ਼ ਤੇ ਹਿੰਦੂਤਵਾ ਦੇ ਰਾਜ ਦੇ ਥੱਲੇ ਨਾ ਅਸੀਂ ਰਹੇ ਹੈ, ਨਾ ਅਸੀਂ ਰਹਿਣਾ ਚਾਹੁੰਦੇ ਹਾਂ। ਜੇ ਬੀਜੇਪੀ ਤੇ ਉਹਨਾਂ ਦੇ ਨਾਲ ਦਿਆਂ ਦੀ ਸਰਕਾਰ ਨਾ ਆਈ ਤਾਂ ਫਿਰ ਸੈਂਟਰ ਸ਼ਾਇਦ ਇੱਥੇ ਪ੍ਰੈਜ਼ੀਡੈਂਟਸ ਰੂਲ ਕਰਦੇ, ਕਿਉਂ ਕਰਕੇ ਸਿੱਖਾਂ ਦੇ ਉੱਤੇ ਬੀਜੇਪੀ RSS ਦਾ ਅਤਬਾਰ ਹੈ ਨੀਗਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਹਿੰਦੂਵਾਦ ਘੱਟ ਗਿਣਤੀ ਵਾਲੇ ਲੋਕਾਂ ਨੂੰ ਦੱਬਣਾ ਚਾਹ ਰਿਹਾ ਹੈ। ਇਸ ਦੇ ਨਾਲ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸਤੀਫੇ ਦੀ ਮੰਗ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਯੂਕਰੇਨ ਦੇ ਵਿੱਚ ਡਾਕਟਰੀ ਦੀ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਨੂੰ ਯੂਕਰੇਨ ਦੇ ਵਿੱਚੋਂ ਕੱਢਣ ਲਈ ਕੇਂਦਰ ਸਰਕਾਰ ਅਸਫਲ ਰਹੀ ਹੈ। ਇਸ ਦੇ ਨਾਲ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈ ਕਿ EVM ਮਸ਼ੀਨਾਂ ਦੇ ਵਿੱਚ ਸੱਤਾ ਦੇ ਵਿੱਚ ਬੈਠੀ ਕੇਂਦਰ ਸਰਕਾਰ ਗੜਬੜ ਕਰਾ ਸਕਦੀ ਹੈ। ਇਸ ਤੋਂ ਇਲਾਵਾ ਮਾਨ ਦਾ ਹੋਰ ਕੀ ਕਹਿਣਾ ਹੈ, ਆਓ ਤੁਹਾਨੂੰ ਵੀ ਸੁਣਾਉਂਦੇ ਹਾਂ। ਏਡੀ ਵੱਡੀ ਮੀਟਿੰਗ ਸਾਰੀ ਕੌਮ ਦੇ ਮੈਂਬਰਾਂ ਦੀ ਬੁਲਾਈ ਹੈ। ਜੋ ਕੁਛ ਘੱਟ ਗਿਣਤੀ ਜਿਹੜੇ ਲੋਕ ਇੰਡੀਆ ਦੇ ਵਿੱਚ ਰਹਿੰਦੇ ਹੈ ਉਹਨਾਂ ਨਾਲ ਹੋ ਰਿਹਾ। ਮੇਰੇ ਲਈ ਸਪੈਸ਼ਲੀ ਅੱਜ ਬੜਾ ਕਰਮਾਂ ਵਾਲਾ ਦਿਨ ਹੈ, ਕਿਉਂ ਕਰਕੇ 2004 ਤੋਂ ਬਾਅਦ ਅੱਜ ਤੱਕ ਇੰਡੀਅਨ ਪ੍ਰੈਸ ਨੇ ਮੇਰਾ ਬॉयकॉट ਕਰਕੇ ਰੱਖਿਆ ਹੈ। ਬੇਸ਼ੱਕ ਟ੍ਰਿਬਿਊਨ ਹੋਵੇ, ਇੰਡੀਅਨ ਐਕਸਪ੍ਰੈਸ ਹੋਵੇ, ਟਾਈਮਸ ਆਫ ਇੰਡੀਆ ਹੋਵੇ, ਹਿੰਦੁਸਤਾਨ ਟਾਈਮਸ ਹੋਵੇ, UN ਹੋਵੇ, PTI ਹੋਵੇ। ਮੈਨੂੰ ਵਜ੍ਹਾ ਨਹੀਂ ਦੱਸੀ ਇੰਡੀਅਨ ਪ੍ਰੈਸ ਨੇ ਕਿ ਮੇਰਾ ਇੰਨੇ ਸਾਲ ਬॉयकॉट ਕਿਉਂ ਕੀਤਾ ਹੈ, ਕਿਉਂ ਕਰਕੇ ਸਾਡੀ ਪਾਰਟੀ ਹੈ ਜਿਹੜੀ ਇੱਕ ਮਿਨੋਰਿਟੀ ਨੂੰ ਰਿਪਰੈਜ਼ੈਂਟ ਤੇ ਨੁਮਾਇੰਦਗੀ ਕਰਦੀ ਹੈ। ਕਿ ਇਸ ਮੁਲਕ ਦੇ ਵਿੱਚ ਰਾਸ਼ਟਰਵਾਦ ਹਿੰਦੂਤਵਾ ਵੱਧ ਗਿਆ ਹੈ ਕਿ ਅਸੀਂ ਜਿਹੜੇ ਘੱਟ ਗਿਣਤੀ ਦੇ ਲੋਕ ਹੈ ਅਸੀਂ ਪ੍ਰੈਸ ਦੇ ਯੋਗ ਨਹੀਂ ਹੈ। ਇਹ ਸਾਰਾ ਕੁਝ ਕਲੀਅਰ ਕਰਨਾ ਪਊਗਾ, ਕਿਉਂ ਕਰਕੇ ਜਿਹੜੀ ਇੰਡੀਅਨ ਪ੍ਰੈਸ ਹੈ ਜੇ ਇਹ ਫ੍ਰੀ ਤੇ ਆਜ਼ਾਦ ਨਾ ਰਹੀ ਤਾਂ ਫਿਰ ਇਹਦਾ ਫਾਇਦਾ ਕਿਸੇ ਨੂੰ ਹੋਣਾ ਨਹੀਂ। ਬਾਹਰ ਦੀਆਂ ਜਿੰਨੀਆਂ ਵੀ ਖਬਰਾਂ ਦੀਆਂ ਏਜੰਸੀਜ਼ ਹੈ ਉਹਨਾਂ ਨੇ ਇੰਡੀਅਨ ਪ੍ਰੈਸ ਦੇ ਉੱਤੇ ਅਤਬਾਰ ਨਹੀਂ ਕਰਨਾ। ਅੱਜ ਸਾਡੀ ਮੀਟਿੰਗ ਦੇ ਵਿੱਚ ਜਿਹੜੀ ਇੰਡੀਆ ਦੇ ਵਿੱਚ ਕਹਿੰਦੇ ਹੈ ਰਿਲੀਜੀਅਸ ਫਰੀडम ਹੈ ਤੇ ਹਿਊਮਨ ਰਾਈਟਸ ਹੈ, ਉਹਦੇ 'ਤੇ ਗੱਲਾਂ ਹੋਈਆਂ। ਅਸੀਂ ਇਸ ਨਤੀਜੇ 'ਤੇ ਪਹੁੰਚੇ ਹਾਂ ਕਿ ਘੱਟ ਗਿਣਤੀਆਂ ਦੇ ਲਈ ਧਾਰਮਿਕ ਆਜ਼ਾਦੀ ਇੱਥੇ ਖਤਮ ਹੋ ਗਈ ਹੈ। ਤੇ ਜੇ ਸਿੱਖਾਂ ਦੇ ਮਸਲੇ ਹੈਗੇ ਹੈ
ਗੁਰੂ ਗ੍ਰੰਥ ਸਾਹਿਬ ਦੇ ਉਹ ਵੀ ਜਿਹੜੀ ਤਫਤੀਸ਼ ਹੋ ਰਹੀ ਸੀ 2015 ਦੇ ਵਿੱਚ 328 ਮਹਾਰਾਜ ਦੇ ਸਰੂਪ SGPC ਨੇ ਵੇਚਦੇ ਹੈ, ਗੁੰਮ ਕਰਤੇ ਹੈ। ਅਜੇ ਤੱਕ ਸਾਨੂੰ ਕੋਈ ਪਤਾ ਨਹੀਂ ਲੱਗਿਆ। ਤੇ ਜਿਹੜੇ ਹਾਈ ਕੋਰਟ ਦੇ ਜੱਜ ਹੈ ਸ਼ੇਖਵਾਤ, ਸਾਗਵਾਨ, ਬਜਾਜ, ਜਿਹੜੀ ਤਫਤੀਸ਼ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀ ਹੋ ਰਹੀ ਸੀ ਉਹਦੇ ਉੱਤੇ ਇਹ 3 ਹਾਈ ਕੋਰਟ ਜੱਜਾਂ ਨੇ ਰੋਕ ਲਾਈ ਹੋਈ ਹੈ। ਅਸੀਂ ਹੈਰਾਨ ਹਾਂ ਕਿ ਹਾਈ ਕੋਰਟ ਨੇ ਆਪਣੇ ਬੰਦੇ ਬਚਾਉਣ ਦੇ ਲਈ ਬਾਦਲ, ਸੈਣੀ, ਸੁਖਬੀਰ, ਰਾਮ ਰਹੀਮ ਸਾਡੀ ਤਫਤੀਸ਼ ਦੇ ਉੱਤੇ ਕਿਉਂ ਰੋਕ ਲਾਈ ਹੈ। ਉਹਨਾਂ ਨੇ ਉਲੰਘਣਾ ਜੱਜਾਂ ਨੇ ਕੀਤੀ ਹੈ ਆਰਟੀਕਲ 25 ਦੀ, ਜਿਹੜੀ ਆਜ਼ਾਦੀ ਦਿੰਦੀ ਹੈ ਧਾਰਮਿਕ। ਤੇ ਉਹ ਜੱਜਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਅੱਜ ਤੁਹਾਡਾ ਨਾਂ ਘੱਟ ਗਿਣਤੀਆਂ ਦੇ ਵਿੱਚ ਬਿਲਕੁਲ ਬਦਨਾਮ ਹੋਇਆ। ਮੁਸਲਮਾਨਾਂ ਦੀ ਗੱਲ ਕਰੀਏ, ਹਜਾਬ ਦੀ ਉਹਨਾਂ ਦੇ ਉੱਤੇ ਪਾਬੰਦੀ ਲੱਗ ਗਈ ਹੈ। ਜਿੱਥੇ ਹਜਾਬ ਦੇ ਉੱਤੇ ਪਾਬੰਦੀ ਲੱਗੀ ਹੈ ਉੱਥੇ ਸਿੱਖਾਂ ਦੀਆਂ ਬੀਬੀਆਂ ਦੇ ਉੱਤੇ ਜਿਹੜਾ ਉਹ ਪਟਕਾ ਪਾਉਂਦੀ ਹੈ, ਕੇਸਕੀ ਪਾਉਂਦੀ ਹੈ, ਉਹਦੇ ਉੱਤੇ ਵੀ ਰੋਕ ਲੱਗੀ ਹੈ। ਤੇ 8 ਮਹੀਨਿਆਂ ਦੇ ਲਈ ਜਿਹੜੀ ਸਭ ਤੋਂ ਵੱਡੀ ਮਸੀਤ ਹੈ ਸ੍ਰੀਨਗਰ ਦੀ ਹਜ਼ਰਤ ਬਲ, ਉੱਥੇ ਜੁਮੇ ਦੀ ਨਮਾਜ਼ ਨਹੀਂ ਪੜ੍ਹਨ ਦਿੱਤੀ। ਇਹ ਸਾਰੀਆਂ ਚੀਜ਼ਾਂ ਜਿਹੜੀ ਧਾਰਮਿਕ ਆਜ਼ਾਦੀ ਖਤਮ ਕਰਤੀ ਹੈ, ਘੱਟ ਗਿਣਤੀਆਂ ਦੇ ਹਿਊਮਨ ਰਾਈਟਸ ਖਤਮ ਕਰਤੇ ਹੈ। ਤੇ ਜਦੋਂ ਮੋਦੀ ਸਰਕਾਰ ਦਾ ਰਿਸ਼ਤਾ ਰੂਸ ਦੇ ਨਾਲ ਇੱਡਾ ਵਧੀਆ, ਫਿਰ ਇੰਡੀਆ ਦੀ ਇੰਟੈਲੀਜੈਂਸ IB ਤੇ ਮਿਲਟਰੀ ਇੰਟੈਲੀਜੈਂਸ ਨੂੰ ਕਿਉਂ ਨਹੀਂ ਪਤਾ ਲੱਗਿਆ ਕਿ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਕਰਨਾ। ਜੇ ਇੰਟੈਲੀਜੈਂਸ ਏਜੰਸੀਆਂ ਨੇ ਮੋਦੀ ਨੂੰ ਨਹੀਂ ਦੱਸਿਆ, ਇਸ ਕਰਕੇ ਸਾਡੇ ਉੱਥੇ ਡਾਕਟਰ ਫਸੇ ਹੋਏ ਹੈ। ਇਹ ਪੂਰੀ ਅਣਗਹਿਲੀ ਹੈ ਮੋਦੀ ਸਰਕਾਰ, BJP RSS ਦੀ। ਤੇ 1920 'ਚ ਜਦੋਂ ਚੀਨ ਨੇ ਲਦਾਖ ਦੇ ਉੱਤੇ ਹਮਲਾ ਕੀਤਾ ਉਦੋਂ ਵੀ ਰॉ ਨੇ ਤੇ ਇੰਟੈਲੀਜੈਂਸ ਬਿਊਰੋ ਤੇ ਮਿਲਟਰੀ ਇੰਟੈਲੀਜੈਂਸ ਨੇ ਆਪਣੀ ਸਰਕਾਰ ਨੂੰ ਅਗਾਊਂ ਖਬਰ ਨਹੀਂ ਦਿੱਤੀ ਕਿ ਚੀਨ ਲਦਾਖ ਦੇ ਉੱਤੇ ਹਮਲਾ ਕਰਨ ਵਾਲਾ। ਪਰ ਕਿਉਂ ਕਰਕੇ ਹਿੰਦੂਤਵਾ ਦਾ ਕਦੇ ਇਤਿਹਾਸ ਦੇ ਵਿੱਚ ਰਾਜ ਨਹੀਂ ਰਿਹਾ, ਇਸ ਕਰਕੇ ਇਹਨਾਂ ਨੂੰ ਹਕੂਮਤ ਕਰਨੀ ਨਹੀਂ ਆਉਂਦੀ। ਜਿਹੜਾ ਰॉ ਦਾ ਮੁਖੀ ਹੈ, IB ਦਾ ਮੁਖੀ ਹੈ, ਹੋਮ ਮਿਨਿਸਟਰੀ ਦਾ ਸੈਕਟਰੀ ਹੈ, ਜਿਨ੍ਹਾਂ ਨੇ ਇਤਲਾਹ ਅਗਾਊਂ ਸਰਕਾਰ ਨੂੰ ਨਹੀਂ ਦਿੱਤੀ, ਉਹਨਾਂ ਤਿੰਨਾਂ ਨੂੰ 2-2 ਸਾਲ ਉਹਨਾਂ ਦੀ ਨੌਕਰੀ ਦੇ ਵਿੱਚ ਵਾਧਾ ਕੀਤਾ ਗਿਆ। ਇਹ ਹਿੰਦੂਤਵਾ ਕਿਵੇਂ ਇਸ ਮੁਲਕ ਨੂੰ ਚਲਾਊਗੀ ਜਦੋਂ ਇਹ ਨਿਜ਼ਾਮ ਚਲਾ ਹੀ ਨਹੀਂ ਸਕਦੀ। ਸੋ ਅੱਜ ਜਿਹੜੀ ਸਾਡੀ ਮੀਟਿੰਗ ਹੋਈ ਹੈ ਸਰਦਾਰ ਕੁਸ਼ਲਪਾਲ ਸਿੰਘ ਜੀ ਨੇ ਕੀਤੀ ਹੈ, ਅਸੀਂ ਬੜੇ ਰਿਣੀ ਹੈ ਕਿ ਹੁਣ ਇਲੈਕਸ਼ਨਾਂ ਦੇ ਰਿਜ਼ਲਟ ਨਿਕਲਣ ਵਾਲੇ ਹੈ। ਪਰ ਸਾਨੂੰ ਇਹ ਨਹੀਂ ਪਤਾ ਕਿ ਜਿਹੜੀਆਂ EVM ਮਸ਼ੀਨਾਂ ਹੈਗੀਆਂ ਇਹ ਸਾਡੇ ਮਸਲੇ ਦੇ ਵਿੱਚ ਅਸਲੀ ਗਿਣਤੀ ਦੇਣਗੀਆਂ ਕਿ ਨਹੀਂ ਦੇਣਗੀਆਂ। ਕਿਉਂ ਕਰਕੇ ਸਾਡਾ ਸਿੱਖਾਂ ਦਾ ਨੁਮਾਇੰਦਾ ਇਲੈਕਸ਼ਨ ਕਮਿਸ਼ਨ ਦੇ ਵਿੱਚ ਹੈ ਨਹੀਂਗਾ, ਨਾ ਸੁਪਰੀਮ ਕੋਰਟ ਦੇ ਵਿੱਚ ਹੈਗਾ, ਨਾ ਜਿੰਨੇ
ਸੂਬਿਆਂ ਦੇ ਹਾਈ ਕੋਰਟ ਨੇ, ਉੱਥੇ ਵੀ ਚੀਫ ਜਸਟਿਸ ਸਿੱਖ ਹੈ ਨਹੀਂ ਗਾ, ਕੋਈ ਗਵਰਨਰ ਸਿੱਖਾਂ ਦਾ ਨਹੀਂ ਹੈ। ਤਾਂ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਹੁਣ ਕਹੀਏ ਕਿ ਇਹ ਹਿੰਦੂ ਰਾਸ਼ਟਰ ਬਣ ਚੁੱਕਿਆ ਹੈ, ਤਾਂ ਫਿਰ ਦਲੀਲ ਦੇ ਨਾਲ ਪ੍ਰੈਸ ਨੂੰ ਮੰਨਣਾ ਚਾਹੀਦਾ ਹੈ ਕਿ ਖਾਲਿਸਤਾਨ ਦੀ ਮੰਗ ਕਰਨੀ ਬਿਲਕੁਲ ਜਾਇਜ਼ ਹੈ। ਹਿੰਦੂ ਰਾਸ਼ਟਰ ਦੇ ਨੀਚੇ ਨਾ ਮੁਸਲਮਾਨ, ਨਾ ਸਿੱਖ, ਨਾ ਈਸਾਈ, ਨਾ ਰੰਗਰੇਟਾ ਸਿੱਖ, ਨਾ ਕੋਈ ਟਰਾਈਬਲ ਬੰਦਾ ਰਹਿ ਸਕਦਾ ਹੈਗਾ। ਸੋ ਇਹ ਲੈਜਿਟਮਾਈਜ਼ ਕਰਤਾ ਹੈ ਕਿ ਜੇ ਹਿੰਦੂ ਰਾਸ਼ਟਰ ਹੈ ਤੇ ਫਿਰ ਖਾਲਿਸਤਾਨ ਵੀ ਹੈ। ਇਹਦੇ 'ਤੇ ਕਿਸੇ ਹਿੰਦੂ ਨੂੰ ਡਰਨ ਨਹੀਂ ਲੱਗਣ ਦੇਣਾ, ਕਿਉਂ ਕਰਕੇ ਜੇ ਅਸੀਂ ਸਿੱਖ 75 ਸਾਲ ਹਿੰਦੂਤਵਾ ਦੇ ਰਾਜ ਦੇ ਵਿੱਚ ਰਹੇ ਹੈ, ਤੇ ਫਿਰ ਸਾਡੇ ਹਿੰਦੂ ਵੀਰ ਵੀ ਬੜੀ ਆਸਾਨੀ ਦੇ ਨਾਲ ਖਾਲਿਸਤਾਨ ਦੇ ਵਿੱਚ ਆਪਣੀ ਜ਼ਿੰਦਗੀ ਬਰਾਬਰ ਦੀ ਬਤੀਤ ਕਰ ਸਕਦੇ ਹੈ। ਸੋ ਅੱਜ ਤੋਂ ਇਹ ਪ੍ਰੋਪੇਗੈਂਡਾ ਖਾਲਿਸਤਾਨ ਦੇ ਵਿਰੁੱਧ ਖਤਮ ਹੋ ਜਾਣਾ ਚਾਹੀਦਾ ਹੈ, ਕਿਉਂ ਕਰਕੇ ਇੱਕ ਪਾਸੇ ਹਿੰਦੂ ਰਾਸ਼ਟਰ ਹੈ, ਦੂਜੇ ਪਾਸੇ ਸਿੱਖਾਂ ਨੂੰ ਆਪਣਾ ਰਾਸ਼ਟਰ ਚਾਹੀਦਾ ਹੈ। ਅਤੇ ਇਹਦਾ ਮਤਲਬ ਹੈ ਕਿ ਇਹ ਜਾਇਜ਼ ਡਿਮਾਂਡ ਅੱਜ ਆਪ ਹੀ ਹਿੰਦੂ ਰਾਸ਼ਟਰ ਨੇ ਕਰਤੀ ਹੈ, ਅਤੇ ਇਹ ਸਾਰੀ ਗੱਲ ਅੱਜ ਇੱਥੇ ਹੋਈ ਹੈ। ਹੁਣ ਤੁਸੀਂ ਕੁਛ ਪੁੱਛ ਸਕਦੇ ਹੋ। ਮਾਨ ਸਾਹਿਬ, ਤੁਸੀਂ ਆਪਣੇ ਹਿੰਦੂ ਰਾਸ਼ਟਰ ਤੇ ਖਾਲਿਸਤਾਨ ਦੇ ਹਵਾਲੇ ਨਾਲ ਗੱਲ ਕੀਤੀ ਹੈ ਜੀ, ਤੇ ਰਿਲੀਜੀਅਸ ਫਰੀਡਮ ਦੇ ਉੱਤੇ ਅੱਜ ਸਾਰੀ ਟਾਕ ਹੋਈ ਹੈ। ਤਾਂ ਤੁਸੀਂ ਕੀ ਦੇਖਦੇ ਹੋ ਜਦੋਂ ਤੁਸੀਂ ਹਿੰਦੂਆਂ ਦਾ ਹਵਾਲਾ ਦਿੱਤਾ ਹੈ, ਜਦੋਂ ਤੁਸੀਂ ਖਾਲਿਸਤਾਨ ਦਾ ਪੋਲੀਟੀਕਲ ਇੱਕ ਆਪਣਾ ਏਜੰਡਾ ਲੈ ਕੇ ਜਾਂਦੇ ਹੋ, ਤਾਂ ਜਿਹੜੇ ਮੁਸਲਿਮ ਨੇ ਉਹ ਤੁਹਾਡੇ ਸਾਂਝੇ ਮੁਹਾਜ਼ ਦੇ ਵਿੱਚ ਕਿਵੇਂ ਸ਼ਾਮਲ ਨੇ? ਮਲੇਰਕੋਟਲੇ ਦੇ ਵਿੱਚ ਸਾਹਮਣੇ ਦੇਖ ਕੇ ਮਾਨ ਸਾਹਿਬ, ਮਲੇਰਕੋਟਲੇ ਦੇ ਵਿੱਚ ਜਿਹੜੇ ਨਵਾਬ ਸ਼ੇਰ ਖਾਨ ਸਾਹਿਬ ਸੀਗੇ, ਉਹਨਾਂ ਨੇ ਸੂਬੇ ਦੇ ਸਰਹੰਦ ਦੇ ਸੂਬੇ ਨੂੰ ਕਿਹਾ ਸੀਗਾ ਕਿ ਨੌਜਵਾਨ ਮਾਸੂਮ ਬੱਚਿਆਂ ਨੂੰ ਇਸਲਾਮ ਇਜਾਜ਼ਤ ਨਹੀਂ ਦਿੰਦੀ ਕਿ ਬਾਬਾ ਫਤਿਹ ਸਿੰਘ ਅਤੇ ਜ਼ੋਰਾਵਰ ਸਿੰਘ ਨੂੰ ਨੀਹਾਂ ਦੇ ਵਿੱਚ ਚੁਣ ਦਿਓ। ਉਸ ਤੋਂ ਬਾਅਦ ਤੁਸੀਂ ਹਫੜਾ ਦਫੜੀ ਈਸਟ ਅਤੇ ਵੈਸਟ ਪੰਜਾਬ ਦੇ ਵਿੱਚ ਪਈ ਹੈ, ਪਰ ਕਿਸੇ ਵੀ ਮੁਸਲਮਾਨ ਦਾ ਵਾਲ ਜਿਹੜਾ ਮਲੇਰਕੋਟਲੇ ਦਾ ਰਾਜ ਸੀ ਉਹਦੇ ਵਿੱਚ ਵਿੰਗਾ ਨਹੀਂ ਹੋਣ ਦਿੱਤਾ। ਅਸੀਂ ਹਿੰਦੂਆਂ ਦੇ ਵੀ ਭਰਾ ਹੈ, ਮੁਸਲਮਾਨਾਂ ਦੇ ਵੀ ਭਰਾ ਹੈ, ਪਰ ਅਸੀਂ ਕਦੇ ਮੁਗਲ, ਅਫਗਾਨ, ਅੰਗਰੇਜ਼ ਅਤੇ ਹਿੰਦੂਤਵਾ ਦੇ ਰਾਜ ਦੇ ਥੱਲੇ ਨਾ ਅਸੀਂ ਰਹੇ ਹੈ, ਨਾ ਅਸੀਂ ਰਹਿਣਾ ਚਾਹੁੰਦੇ ਹਾਂ। ਮਾਨ ਸਾਹਿਬ, ਚੋਣ ਮਾਹੌਲ ਇਸ ਵਾਰੀ ਥੋੜਾ ਅਲੱਗ ਕਿਸਮ ਦਾ ਸੀ, 5-6 ਤਰ੍ਹਾਂ ਮੈਦਾਨ 'ਚ ਸੀ। ਇੱਕ ਚਰਚਾ ਹੁਣ ਤੱਕ ਕਿ ਬਦਲਾਅ ਦੇ ਨਾਂ 'ਤੇ ਲੋਕਾਂ ਨੇ ਵੋਟਾਂ ਪਾਈਆਂ ਨੇ। ਤੁਹਾਨੂੰ ਕੀ ਨਜ਼ਰ ਆਉਂਦਾ ਕਿ ਕਿਹਦੀ ਸਰਕਾਰ ਬਣ ਸਕਦੀ? ਇਹ ਜਿਹੜੇ ਤੁਸੀਂ ਜਰਨਲਿਸਟ ਹੋ ਨਾ, ਇਹ ਜੜ ਤੱਕ ਤਾਂ ਤੁਹਾਡਾ ਕੰਮ ਹੈਗਾ, ਸਾਡਾ ਕੰਮ ਹੈ ਲੜਨਾ। ਅਸੀਂ ਲੜ ਲਏ ਹੈ। ਹੁਣ ਤੁਸੀਂ ਦੱਸੋ ਕਿਹੜੀ ਪਾਰਟੀ ਦਾ ਸਰਕਾਰ ਆਊਗੀ, ਅਤੇ ਜੇ ਬੀਜੇਪੀ ਅਤੇ ਉਹਨਾਂ ਦੇ ਨਾਲ ਦਿਆਂ ਦੀ ਸਰਕਾਰ ਨਾ ਆਈ ਤਾਂ ਫਿਰ ਸੈਂਟਰ ਸ਼ਾਇਦ ਇੱਥੇ ਪ੍ਰੈਜ਼ੀਡੈਂਟਸ ਰੂਲ ਕਰਦੇ, ਕਿਉਂ ਕਰਕੇ ਸਿੱਖਾਂ ਦੇ ਉੱਤੇ ਬੀਜੇਪੀ RSS ਦਾ ਅਤਬਾਰ ਹੈ ਨਹੀਂ ਗਾ। ਤੁਹਾਡੀ ਗੱਲ ਠੀਕ ਹੈ, ਜਰਨਲਿਸਟਾਂ ਦਾ ਕੰਮ ਆ, ਪਰ ਜਿਹੜਾ ਲੜਦਾ ਉਹ ਵੀ ਸੋਚਦਾ ਹੁੰਦਾ ਕਿ ਅਸੀਂ ਕਿੱਥੇ ਖੜੇ। ਅਸੀਂ ਤਾਂ ਲੜਦੇ ਹਾਂ ਜੀ ਬਸ, ਬਾਕੀ ਰਿਜ਼ਲਟ ਤੁਸੀਂ ਕੱਢੋ। ਹੁਣ ਕੱਟਾ ਕੱਟੀ ਤੁਹਾਡਾ ਮੁੱਖ ਮੁੱਦਾ ਕੀ ਰਹੇਗਾ ਵਿਧਾਨ ਸਭਾ ਦੇ ਵਿੱਚ? ਵਿਧਾਨ ਸਭਾ ਦੇ ਵਿੱਚ ਮੁੱਖ ਮੁੱਦਾ ਕੀ ਹੋਵੇਗਾ ਮੇਰਾ? ਹਾਂਜੀ, ਮੇਰਾ ਜਿਹੜੇ ਜਿੱਤ ਕੇ ਤੁਸੀਂ ਉੱਥੇ ਗਏ ਅਸੈਂਬਲੀ 'ਚ, ਮੈਂ ਦੱਸ ਰਿਹਾ, ਪੰਡਤਾਣੀ ਇੰਦਰਾ ਗਾਂਧੀ ਜੀ ਨੇ 60 ਸਾਲ ਪਹਿਲਾਂ ਅਨਾਊਂਸ ਕੀਤਾ ਸੀ ਕਿ ਅਸੀਂ ਰੋਟੀ, ਕੱਪੜਾ, ਮਕਾਨ ਦੇਵਾਂਗੇ। ਹੁਣ ਤੁਸੀਂ ਦੱਸੋ ਗਰੀਬਾਂ ਦੇ ਕੋਲੇ ਰੋਟੀ, ਕੱਪੜਾ, ਮਕਾਨ ਅਜੇ ਤੱਕ ਹੈਗਾ? ਜਿਹੜਾ ਕੁਛ ਮੈਂ ਦੇਖਿਆ ਹੈ, ਗਰੀਬ ਆਦਮੀ ਦੇ ਕੋਲੇ ਇੱਕ ਘਰ ਦੇ ਵਿੱਚ ਇੱਕ ਵੱਡਾ ਕਮਰਾ ਹੈ, ਉਹਦੇ ਵਿੱਚ ਮੀਆਂ ਬੀਬੀ ਆਪ ਸੌਂਦੇ ਹੈ, ਉਹਨਾਂ ਦਾ ਮੁੰਡਾ ਅਤੇ ਨੂੰਹ ਉਸੇ ਕਮਰੇ 'ਚ ਸੌਂਦੀ ਹੈ,
ਜੇ ਉਹਨਾਂ ਦੀ ਧੀ ਤੇ ਜਵਾਈ ਆ ਜੇ ਉਹ ਵੀ ਉਸੇ ਕਮਰੇ 'ਚ ਸੌਂਦੇ ਹੈ। ਸਿਆਲਾਂ ਦੇ ਵਿੱਚ ਜੇ ਠੰਡ ਪੈ ਜੇ ਤਾਂ ਮੱਝ ਵੀ ਉਸੇ ਕਮਰੇ 'ਚ ਆਉਂਦੀ ਹੈ। ਹੁਣ ਤੁਸੀਂ ਦੱਸੋ ਕਿ ਜਿਹੜੇ ਵਾਅਦੇ ਹਿੰਦੁੱਤਵਾ ਇੰਦਰਾ ਗਾਂਧੀ ਨੇ ਕੀਤੇ ਹੈ, ਉਦੋਂ ਬਾਅਦ ਵੀ ਹਿੰਦੁੱਤਵਾ ਦਾ ਰਾਜ ਰਿਹਾ ਹੈ ਕਿ ਇਹ ਗਰੀਬਾਂ ਦੀ ਮੰਗ ਅਜੇ ਤੱਕ ਪੂਰੀ ਕੀਤੀ ਹੈ ਕਿ ਨਹੀਂ। ਇਹ ਸਭ ਤੋਂ ਵੱਡਾ ਵਿਸ਼ਾ ਜੇ ਮੈਂ ਅਸੈਂਬਲੀ 'ਚ ਗਿਆ, ਇਹ ਉੱਥੇ ਅਸੀਂ ਚੱਕਾਂਗੇ ਕਿ ਕਿਹੜੇ ਕਿਹੜੇ ਵਾਅਦੇ ਕਰਦੇ ਰਹੇ ਹੋ। ਅਤੇ ਅਜੇ ਤੱਕ ਇੰਦਰਾ ਗਾਂਧੀ ਜੀ, ਜਿਹਨੂੰ ਅਡਵਾਨੀ ਜੀ ਨੇ ਕਿਹਾ ਸੀਗਾ ਕਿ ਬਲੂ ਸਟਾਰ 6 ਮਹੀਨੇ ਪਹਿਲਾਂ ਕਰ ਦੇਣਾ ਚਾਹੀਦਾ ਸੀ, ਅਤੇ ਵਾਜਪਾਈ ਸਾਹਿਬ ਨੇ ਕਿਹਾ ਸੀ ਇੰਦਰਾ ਗਾਂਧੀ ਹੁਣ ਸਾਡੀ ਦੁਰਗਾ ਮਾਤਾ ਹੈਗੀ ਹੈ। ਫਿਰ ਦੁਰਗਾ ਮਾਤਾ ਦੀ ਗੱਲ ਅਜੇ ਤੱਕ ਆਪਾਂ ਨੇ ਕਿਉਂ ਨਹੀਂ ਅਪਣਾਈ? ਕਿਉਂ ਰੋਟੀ ਕੱਪੜਾ ਮਕਾਨ ਸਾਡੇ ਗਰੀਬਾਂ ਦੇ ਕੋਲੇ ਕਿਉਂ ਨਹੀਂ ਹੈ? ਮਾਨ ਸਾਹਿਬ, ਹੁਣੇ ਤੁਸੀਂ ਸਿੱਖ ਰਾਜ ਦੀ ਗੱਲ ਕੀਤੀ ਆ, ਭਾਵੇਂ ਉਹ ਖਾਲਿਸਤਾਨ ਦੇ ਨਾਂ ਦੇ ਹੇਠ ਹੋਵੇ। ਉਹਦੇ ਵਿੱਚ ਤੁਸੀਂ ਕਿਹਾ ਵੀ ਮੁਸਲਮਾਨ ਵੀ, ਹਿੰਦੂ ਵੀ, ਸਾਰੇ ਫਿਰਕੇ ਵੀ ਬਹੁਤ ਵਧੀਆ ਤਰੀਕੇ ਅਸੀਂ ਵੇਖਦੇ ਹਾਂ ਕਿ ਉਹ ਲੋਕਾਂ ਦੇ ਵਿੱਚ ਉਸ ਵਿਸ਼ਵਾਸ ਨਹੀਂ ਦਵਾ ਪਾਏ ਹੈਗੇ ਆ ਵੀ ਖਾਲਸਾ ਰਾਜ ਜੇ ਆਊਗਾ ਤਾਂ ਸਾਰੇ ਫਿਰਕੇ ਜਿਹੜੇ ਹੈਗੇ ਆ ਉਹ ਪ੍ਰਫੁੱਲਤ ਹੋਣਗੇ, ਜਦਕਿ ਸਾਡੇ ਕੋਲ ਤਾਂ ਐਗਜ਼ਾਮਪਲ ਵੀ ਹੈਗਾ ਖਾਲਸਾ ਰਾਜ ਦਾ। ਸਰ ਸਾਹਿਬ, ਜਿਹੜੇ ਰਾਜ ਕਰਨ ਵਾਲੇ ਹੁੰਦੇ ਹੈ ਉਹ ਆਪਣਾ ਰਾਜ ਕਦੇ ਤੋੜਨ ਦੇ ਹੱਕ 'ਚ ਨਹੀਂ ਹੁੰਦੇ। ਇਹ ਹਿਸਟਰੀ ਹੈ ਕਿ ਜਿਹੜਾ ਰਾਜ ਹੁੰਦਾ ਹੈ ਉਸ ਨੂੰ ਦਬਾਉਂਦੇ ਹੈ, ਮਾਰਦੇ ਹੈ, ਕਰਦੇ ਹੈ, ਟੁੱਟਣ ਨਹੀਂ ਦਿੰਦੇ। ਅਤੇ ਫਿਰ ਸਾਡੇ ਹਿੰਦੂ ਭਰਾ ਕਿਵੇਂ ਸਾਡੇ ਨਾਲ ਸਹਿਮਤ ਹੋ ਜਾਣਗੇ? ਤੁਸੀਂ ਆਪ ਦੱਸੋ, ਤੁਸੀਂ ਆਪ ਦੱਸੋ ਕਿਵੇਂ ਸਹਿਮਤ ਹੋਣਗੇ? ਤੁਹਾਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਜਿਹੜਾ ਕਿ ਵਿਸ਼ਵਾਸ ਸੀਗਾ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਇਮੇਜ ਸੀਗੀ, ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਉਹਦੇ ਵਿੱਚ ਵੀ ਘਾਟ ਹੈਗੀ ਕਿ ਇੱਕ ਆਗੂ ਜਿਹਨੂੰ ਵੇਖਦੇ ਕਿ ਆਗੂ ਸਾਹਮਣੇ ਨਜ਼ਰ ਨਹੀਂ ਆਉਂਦਾ? ਜਦ ਦਾ ਹਿੰਦੂ ਨੂੰ ਰਾਜ 1947 ਤੋਂ ਮਿਲਿਆ ਹੈ, ਇਹ ਘੱਟ ਗਿਣਤੀ ਨੂੰ ਨਾਲ ਲੈ ਕੇ ਨਹੀਂ ਚੱਲ ਰਿਹਾ। ਇਹ ਕਹਿੰਦਾ ਕਿ ਘੱਟ ਗਿਣਤੀ ਮੇਰੇ ਨਾਲ ਚੱਲੇ। ਜਦੋਂ ਇਹੋ ਜਿਹਾ ਰਵੱਈਆ ਰਾਜ ਕਰਨ ਵਾਲੀ ਕੌਮ ਦੇ ਵਿੱਚ ਹੋ ਜੇ ਤਾਂ ਫਿਰ ਘੱਟ ਗਿਣਤੀ ਵੱਧ ਗਿਣਤੀ ਦੇ ਨਾਲ ਨਹੀਂ ਰਹਿ ਸਕਦੀ। ਮੈਂ ਤੁਹਾਨੂੰ ਦੱਸਿਆ, ਨਾ ਸੁਪਰੀਮ ਕੋਰਟ, ਨਾ ਮੋਦੀ ਦੀ ਕੈਬਨਿਟ, ਨਾ ਕਿਸੇ ਸੂਬੇ ਦੇ ਵਿੱਚ ਕੋਈ ਸਿੱਖ ਜਾਂ ਮੁਸਲਮਾਨ ਦਾ ਨਿਸ਼ਾਨ ਨਹੀਂ ਰਿਹਾ। ਮਾਨ ਸਾਹਿਬ, ਅਮਰਗੜ੍ਹ ਦੇ ਲੋਕਾਂ ਦੀ ਆਵਾਜ਼ ਹੈ ਕਿ ਐਤਕੀ ਤੁਸੀਂ ਐਮਐਲਏ ਬਣ ਕੇ ਅਸੈਂਬਲੀ 'ਚ ਜਾ ਰਹੇ ਹੋ ਪੰਜਾਬ ਵਿੱਚ। ਜਿਵੇਂ 1999 ਦੇ ਵਿੱਚ ਤੁਸੀਂ ਪਾਰਲੀਮੈਂਟ ਦੇ ਵਿੱਚ ਗਏ ਸੀ, ਉੱਥੇ ਤੁਸੀਂ ਕਿਰਪਾਨ ਦਾ ਮੁੱਦਾ ਰੱਖ ਦਿੱਤਾ ਸੀ। ਕੀ ਅਸੈਂਬਲੀ 'ਚ ਵੀ ਅੱਜ ਜਾਣ ਤੋਂ ਬਾਅਦ, ਕਸਮ ਲੈਣ ਤੋਂ ਬਾਅਦ, ਕਸਮ ਲੈਣ ਤੋਂ ਪਹਿਲਾਂ ਆਪਣੀ ਕਿਰਪਾਨ ਦਾ ਹੀ ਮੁੱਦਾ ਇੱਥੇ ਵੀ ਰੱਖੋਗੇ? ਪੰਡਿਤ ਜੀ, ਵੱਧ ਗਿਣਤੀ ਹਿੰਦੂ ਜੇ ਮੈਨੂੰ ਕਹੂਗਾ ਕਿ ਸਿਮਰਨਜੀਤ ਸਿੰਘ ਮਾਨ ਤੂੰ ਸਿੱਖ ਹੈ, ਕੌਨਸਟੀਟਿਊਸ਼ਨ ਦੀ ਆਰਟੀਕਲ 25 ਕਹਿੰਦੀ ਹੈ ਕਿ ਇਹ ਸਿੱਖ ਕੈਨ wear his kirpan and carry his kirpan, ਫਿਰ ਮੈਂ ਲੈ ਕੇ ਜਾਊਂਗਾ। ਪਰ ਜੇ ਹਿੰਦੂ ਕੌਮ ਮੈਨੂੰ ਨਹੀਂ ਆਫਰ ਕਰੂਗੀ, ਮੈਂ ਹਿੰਦੂ ਕੌਮ ਦੀ ਜ਼ਲਾਲਤ ਝੱਲਣ ਦੇ ਲਈ ਤਿਆਰ ਨਹੀਂ ਹੋਊਂਗਾ। ਇਹ ਤਾਂ ਤੁਸੀਂ ਕੌਮ ਦੀ ਗੱਲ ਕੀਤੀ, ਤੁਸੀਂ ਕਨਸਟੀਟਿਊਸ਼ਨਲੀ ਇਲੈਕਟ ਹੋ ਕੇ ਜਾਓਗੇ। ਮੇਰਾ ਸਵਾਲ ਇਹ ਹੈ, ਪਹਿਲਾਂ ਵੀ ਮੈਂ ਕਨਸਟੀਟਿਊਸ਼ਨਲੀ ਇਲੈਕਟ ਹੋ ਕੇ ਗਿਆ ਸੀ ਤੇ ਮੈਨੂੰ ਪਾਰਲੀਮੈਂਟ ਦੇ ਵਿੱਚ ਵੜਨ ਨਹੀਂ ਸੀ ਦਿੱਤਾ। ਉਹਦੇ ਵਿੱਚ ਤਾਂ ਮੇਜਰਮੈਂਟ ਸੀ ਕਿਰਪਾਨ ਦਾ, ਤੁਸੀਂ ਕਹਿੰਦੇ ਸੀ ਵਾਧੂ ਲੰਬੀ ਲੈ ਕੇ ਜਾਣਾ ਤੇ ਉਹ ਕਹਿੰਦੇ ਸੀ 6 ਇੰਚ ਦੀ ਲਊਗਾ। ਨਹੀਂ ਪੰਡਿਤ ਜੀ, there is no restrictions in the constitution. If the constitution says you can wear the kirpan, which is 7 inches long, and carry the kirpan, then it is understood that this kirpan would go into parliament. ਮਾਨ ਸਾਹਿਬ, 24 ਫਰਵਰੀ ਨੂੰ ਪੰਥਕ ਇਕੱਠ ਹੋਇਆ ਸੀਗਾ ਫਤਿਹਗੜ੍ਹ ਸਾਹਿਬ, ਤੁਸੀਂ ਐਡਰੈਸ ਕੀਤਾ ਸੀ ਉੱਥੇ, ਤੁਸੀਂ ਅੱਜ ਵੀ ਐਡਰੈਸ ਕੀਤਾ। 2 ਮੁੱਦੇ ਤੁਸੀਂ ਛੋਏ ਸੀਗੇ। ਇੱਕ ਜਿਹੜੇ ਸਰਦਾਰ ਸੰਦੀਪ ਸਿੰਘ ਦੀਪ ਸਿੱਧੂ ਨੇ, ਉਹਨਾਂ ਦੀ ਜਿਹੜੀ ਡੈਥ ਹੋਈ ਆ ਉਹਦੀ ਜਾਂਚ ਦੀ ਤੁਸੀਂ ਗੱਲ ਕੀਤੀ ਸੀ। ਦੂਸਰਾ ਇਹ ਗੱਲ ਹੈ ਕਿ ਜਿਹੜੀ ਬਲੂ ਪ੍ਰਿੰਟ ਦੀ ਗੱਲ ਹੈ, ਕਿੰਨਾ ਵੱਡਾ ਪੰਥਕ ਇਕੱਠ ਹੋਇਆ ਤਾਂ ਇਹ ਮੰਨਿਆ ਜਾ ਰਿਹਾ ਕਿ ਬਲੂ ਪ੍ਰਿੰਟ ਨਹੀਂ ਉੱਥੋਂ ਦਿੱਤਾ ਗਿਆ ਸਟੇਜ ਤੋਂ ਕਿ ਅੱਗੋਂ ਅਗਵਾਈ ਕੀ ਹੋਵੇ। ਤੇ ਹੁਣ ਜਿਹੜਾ ਤੁਸੀਂ ਅੱਗੋਂ ਇਕੱਠ ਕਰਨ ਜਾ ਰਹੇ ਹੋ ਉਹਦੇ ਵਿੱਚ ਕੌਮ ਨੂੰ ਕੋਈ ਬਲੂ ਪ੍ਰਿੰਟ ਉਸ ਚੀਜ਼ ਦਾ ਦੇ ਰਹੇ ਹੋ। ਦੂਸਰਾ, ਜਿਹੜੀ ਵਾਰਿਸ ਪੰਜਾਬ ਦੇ ਜਿਹੜੀ ਆਰਗੇਨਾਈਜੇਸ਼ਨ ਹੈ
ਉਹਦੇ ਨਾਲ ਤੁਹਾਡੀ ਕੋਈ ਐਸੋਸੀਏਸ਼ਨ ਹੈ ਜਾਂ ਉਹ ਸੈਪਰੇਟ ਤੌਰ ਤੇ ਆਪਣਾ ਕੰਮ ਜੇ ਤੁਸੀਂ ਉੱਥੇ ਸੁਣਦੇ ਹੋਵੋਗੇ, ਮੈਂ ਆਪਣੀ ਸਪੀਚ ਨੂੰ ਕਿਹਾ ਕਿ ਸਿੱਧੂ ਸਾਹਿਬ ਦੇ ਪਰਿਵਾਰ ਨੂੰ ਤੇ ਇਹਨਾਂ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਬਿਲਕੁਲ ਸਤਿਕਾਰ ਨਾਲ ਲੈ ਕੇ ਚੱਲਾਂਗੇ। ਤੇ ਜੇ ਤੁਸੀਂ ਇਸ ਨੂੰ ਸੁਣ ਲੈਂਦੇ, ਇਹ ਸਵਾਲ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਸੀ। ਨਹੀਂ, ਬਲੂਪ੍ਰਿੰਟ ਤਾਂ ਆਇਆ ਨਹੀਂ ਨਾ ਜੀ। ਬਲੂਪ੍ਰਿੰਟ ਕੀ ਹੈ ਜੀ? ਜੇ ਉੱਥੇ ਇਕੱਠ ਹੋਇਆ, ਲੋਕਾਂ ਦਾ ਰੋਸ ਤਾਂ ਸੀਗਾ, ਤਾਂ ਕੋਈ ਬਲੂਪ੍ਰਿੰਟ ਉਹਨਾਂ ਨੂੰ ਮਿਲਿਆ ਨਹੀਂ। ਮਾਨ ਸਾਹਿਬ ਕਿਉਂ ਨਹੀਂ ਮਿਲਿਆ? ਬਿਲਕੁਲ ਮਿਲ ਗਿਆ, ਯੂਨਿਟੀ ਹੋ ਗਈ ਸਾਰਿਆਂ ਦੀ। ਜਿਹੜੇ ਆਜ਼ਾਦੀ ਦੇ ਵਿੱਚ ਨਹੀਂ ਮੰਨਦੇ, ਬਾਦਲ ਕੇ, कैप्टन के, ढींसे के, आम आदमी पार्टी के, SGPC के, दमदमी टकसाल के, वो उत्थे आए नहीं। तो मेरा मतलब है मेजॉरिटी सिखा ने कहता कि असी जिहड़ी सोच संत जरनैल सिंह भिंडरां वालियां दी सी, सिद्धू साहब दी सी आज़ादी दी, असी ਉਹਦੇ ਤੇ ਚੱਲਣ ਨੂੰ ਤਿਆਰ ਹਾਂ। ਤੁਹਾਨੂੰ ਦੱਸ ਦਈਏ ਕਿ ਰੂਸ ਅਤੇ ਯੂਕਰੇਨ ਦੇ ਵਿਚਕਾਰ ਯੁੱਧ ਚੱਲ ਰਿਹਾ ਹੈ ਤੇ ਲਗਾਤਾਰ ਭਾਰਤੀ ਵਿਦਿਆਰਥੀ ਉੱਥੇ ਫਸੇ ਹੋਏ ਨੇ ਤੇ ਉਹਨਾਂ ਨੂੰ ਕੱਢਣ ਦੇ ਲਈ ਕੇਂਦਰ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਕੇਂਦਰ ਸਰਕਾਰ ਤੇ ਕਈ ਸਵਾਲ ਵੀ ਖੜੇ ਹੁੰਦੇ ਨੇ ਤੇ ਇਸ ਦੇ ਨਾਲ EVM ਮਸ਼ੀਨਾਂ ਦੇ ਵਿੱਚ ਗੜਬੜੀ ਕਰਨ ਦੇ ਵੀ ਸਵਾਲ ਉੱਠਦੇ ਨੇ। ਚੰਡੀਗੜ੍ਹ ਤੋਂ ਹਰਜੀਤ ਸਿੰਘ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।